ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 458 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ। ਆਓ ਕਰੀਏ ਦੀਦਾਰ ਜੀ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਨਿਮਰਤਾ ਦੇ ਸਮੁੰਦਰ, ਸ਼ਾਂਤੀ ਦੇ ਸਾਗਰ, ਸ਼ਹੀਦਾਂ ਦੇ ਸਰਤਾਜ, ਪੰਚਮ ਗੁਰ ਦੇ ਮਿੱਠ ਬੋਲੜੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਜੋ ਸ਼ਬਦ ਹੈ ਸ਼ਾਂਤ ਸਰੂਪ ਹੈ। 6-6 ਪੰਕਤੀਆਂ ਦਾ 6-6 ਪੰਕਤੀਆਂ ਦਾ ਇੱਕ ਪਦਾ ਹੁੰਦਾ ਹੈ ਸ਼ਾਂਤ, ਤੇ 4 ਪਦਿਆਂ ਦਾ ਸ਼ਬਦ ਹੈ। ਪੁਰਖ ਪਤੇ ਭਗਵਾਨ ਤਾਂ ਕੀ ਸ਼ਰਨ ਗਹੀ। ਪੁਰਖ ਹਸਤੀ, ਉਹਦੀ ਐਗਜ਼ਿਸਟੈਂਸ ਹਰ ਥਾਂ ਤੇ ਹੈ। ਪਤੇ ਪਤੀ ਹੈ, ਸਾਰਿਆਂ ਦਾ ਮਾਲਕ ਹੈ ਭਗਵਾਨ, ਜਿਨ੍ਹਾਂ ਨੇ ਉਹਦੀ ਸ਼ਰਨ ਲਈ। ਭਾਵ ਰੱਬ ਦੀ ਸ਼ਰਨ ਲੈਣੀ ਕੀ ਹੈ? ਰੱਬ ਦੇ ਬਣਾਏ ਹੋਏ ਨਿਯਮ ਕੁਦਰਤ ਦੀਆਂ ਸ਼ਕਤੀਆਂ ਵਿੱਚੋਂ ਸਮਝ ਆਉਂਦੇ ਨੇ। ਜਿੰਨੀਆਂ ਵੀ ਕੁਦਰਤੀ ਸ਼ਕਤੀਆਂ ਨੇ, ਚਾਹੇ ਉਹ ਅੱਗ ਹੈ, ਚਾਹੇ ਹਵਾ ਹੈ, ਚਾਹੇ ਪਾਣੀ ਹੈ, ਅਗਰ ਇਹ ਨਿਯਮ ਵਿੱਚ ਚੱਲਦੀਆਂ ਨੇ ਤੇ ਕੰਸਟਰਕਟਿਵ ਨੇ, ਉਸਾਰੂ ਨੇ, ਫਾਇਦਾ ਕਰਦੀਆਂ ਨੇ, ਪਰਉਪਕਾਰ ਕਰਦੀਆਂ ਨੇ। ਅਗਰ ਉਹ ਬੇਨਿਯਮੀਆਂ ਚੱਲਦੀਆਂ ਨੇ ਤੇ ਡਿਸਟਰਕਟਿਵ ਨੇ, ਉਜਾੜੂ ਨੇ, ਉਜਾੜਾ ਕਰ ਦਿੰਦੀਆਂ, ਨਾਸ਼ ਕਰ ਦਿੰਦੀਆਂ, ਖਤਮ ਕਰ ਦਿੰਦੀਆਂ। ਤਾਂ ਰੱਬ ਦਾ ਨਿਯਮ ਇਹਦੇ ਚੋਂ ਸਮਝ ਆਉਂਦਾ ਹੈ। ਨਿਯਮ ਵਿੱਚ ਚੱਲ ਕੇ ਪਰਉਪਕਾਰੀ ਬਣੇਗਾ, ਬੇਨਿਯਮਾਂ ਜੀਵਨ ਖਿਲਾਰਾ ਪਾਏਗਾ। ਜੇ ਰੱਬ ਦੇ ਨਿਯਮ ਨੂੰ ਫੋਲੋ ਕਰਨਾ ਹੈ ਤਾਂ ਰੱਬ ਦੀਆਂ ਬਣਾਈਆਂ ਹੋਈਆਂ ਇਹ ਕੁਦਰਤੀ ਸ਼ਕਤੀਆਂ ਵਿੱਚੋਂ ਕੁਦਰਤ ਦੇ ਨਿਯਮ ਨੂੰ ਸਮਝਣਾ ਪਵੇਗਾ, ਉਸ ਨੂੰ ਫੋਲੋ ਕਰਨਾ ਹੈ। ਇਹ ਰੱਬ ਨੂੰ ਸਮਰਪਿਤ ਹੋਣਾ ਹੈ। ਫਿਰ ਉਹਦੇ ਗੁਣ ਨੇ। ਕੋਇਲ ਦੇ ਵਿੱਚ ਮਿੱਠੀ ਬੋਲੀ ਦਾ ਗੁਣ ਹੈ, ਹੰਸ ਦੇ ਵਿੱਚ ਚੰਗੀ ਖੁਰਾਕ, ਉੱਚੀ ਉਡਾਰੀ, ਸੋਝੀ, ਇਹ ਗੁਣ ਨੇ। ਜੋ ਕੁਝ ਵੀ ਵਰਤਾਰਾ ਵਰਤ ਰਿਹਾ ਉਹਦੇ ਚ ਗੁਣਾਂ ਦੇ ਵਰਤਾਰੇ ਨੇ। ਉਹਨਾਂ ਗੁਣਾਂ ਵਾਲਾ ਜੀਵਨ ਜਿਉਣਾ, ਉਹਦੀ ਸ਼ਰਨ ਲੈਣਾ ਹੈ। ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਉਹਦੀ ਸ਼ਰਨ ਲੈਣਾ। ਜਿਨ੍ਹਾਂ ਨੇ ਸ਼ਰਨ ਲਈ ਉਸ ਪਤੀ ਭਗਵਾਨ ਕਰਤੇ ਪੁਰਖ ਦੀ, ਨਿਰਭਉ ਭਏ ਪ੍ਰਾਨ, ਚਿੰਤਾ ਸਗਲ ਲਹੀ ਪ੍ਰਾਨ। ਜੀਵਨ, ਜਿੰਦ, ਉਹਨਾਂ ਦਾ ਜੀਵਨ, ਅੰਦਰਲਾ ਜੀਵਨ ਨਿਰਭਉ ਹੋ ਗਿਆ। ਆਪਾਂ ਦੇਖਦੇ ਹਾਂ ਜਿੰਨੀਆਂ ਕੁਦਰਤੀ ਸ਼ਕਤੀਆਂ ਨੇ, ਹਵਾ, ਪਾਣੀ, ਅੱਗ, ਸਭ ਕੁਛ ਹੀ ਇਹ ਨਿਰਭਉ ਵੀ ਹੈ। ਇਹਨਾਂ ਨੂੰ ਕਿਸੇ ਦਾ ਡਰ ਨਹੀਂ, ਨਾ ਕੋਈ ਵੱਡਾ ਨਾ ਛੋਟਾ। ਇਹਨਾਂ ਨੇ ਫਾਇਦਾ ਕਰਨਾ ਹੈ, ਨਿਯਮ ਵਿੱਚ ਚੱਲ ਕੇ ਸਭ ਦਾ ਇੱਕੋ ਜਿਹਾ ਕਰਨਾ ਹੈ। ਜਦੋਂ ਬੇਨਿਯਮਾਂ ਚੱਲ ਕੇ ਇਹਨਾਂ ਸ਼ਕਤੀਆਂ ਨੇ ਉਜਾੜਾ ਕਰਨਾ ਹੈ, ਨਾਸ਼ ਕਰਨਾ ਹੈ, ਫਿਰ ਵੱਡੇ ਛੋਟੇ ਦਾ ਕੋਈ ਲਿਹਾਜ਼ ਨਹੀਂ। ਭੈ ਕਾਹੂ ਕੋ ਦੇਤ ਨਾ ਹੈ, ਨਹਿ ਪੈ ਮਾਨਤ ਆਨ। ਇਹ ਉਹਦੀਆਂ ਸ਼ਕਤੀਆਂ ਦੇ ਵਰਤਾਰੇ ਵਿੱਚ ਉਹ ਰੱਬੀ ਨਿਯਮ ਹੈ, ਕੁਦਰਤ ਦਾ ਨਿਯਮ ਹੈ। ਜਿਸ ਨੂੰ ਜਿਉਣਾ ਆ ਗਿਆ, ਉਹਦਾ ਜੀਵਨ ਨਿਰਭਉ ਹੋ ਜਾਂਦਾ ਹੈ। ਉਹ ਨਾ ਕਿਸੇ ਤੋਂ ਡਰੇਗਾ, ਨਾ ਕਿਸੇ ਨੂੰ ਡਰਾਵੇਗਾ। ਉਹਦੇ ਅੰਦਰ ਕੋਈ ਚਿੰਤਾ ਨਹੀਂ, ਉਹ ਨਿਸ਼ਚਿੰਤ ਹੋ ਕੇ ਜੀਵਨ ਜਿਉਂਦਾ ਹੈ। ਆਪਾਂ ਇਹਨਾਂ ਦੇਸ਼ਾਂ ਵਿੱਚ ਦੇਖਦੇ ਹਾਂ, ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਕਾਨੂੰਨ ਨੂੰ ਫੋਲੋ ਕਰਦਾ ਹੈ, ਕਾਨੂੰਨ ਦੀ ਉਲੰਘਣਾ ਨਹੀਂ ਕਰਦਾ, ਉਹਨੂੰ ਕੋਈ ਡਰ ਨਹੀਂ, ਕੋਈ ਫਿਕਰ ਨਹੀਂ। ਰੱਬ ਦੇ ਨਿਯਮਾਂ ਨੂੰ ਫੋਲੋ ਕਰਕੇ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਖਿੜੇ ਮੱਥੇ ਮੰਨ ਕੇ ਜੀਵਨ ਚਿੰਤਾ ਤੋਂ ਰਹਿਤ ਹੁੰਦਾ ਹੈ। ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧਪ ਜਾਣਿਆ। ਫਿਰ ਐਸੀ ਰੱਬ ਦੇ ਨਾਲ ਸਾਂਝ ਬਣਦੀ ਹੈ, ਏਦਾਂ ਲੱਗਦਾ ਹੈ ਕਿ ਰੱਬ ਹੀ ਮੇਰੀ ਮਾਂ ਹੈ, ਉਹ ਮੇਰੇ ਪਿਤਾ ਵਾਂਗ ਨੇ, ਉਹ ਮੇਰੇ ਮਾਤਾ ਪਿਤਾ ਵਾਂਗ ਮੇਰੀ ਰੱਖਿਆ ਕਰਦੇ ਨੇ, ਉਹ ਮੇਰੇ ਪੁੱਤਰ ਮਿੱਤਰਾਂ ਵਾਂਗ ਮੇਰੇ ਮਦਦਗਾਰ ਨੇ। ਉਹ ਸੁਰਜਨ ਹੈ, ਦੈਵੀ ਗੁਣਾਂ ਦਾ ਮਾਲਕ ਹੈ ਵਾਹਿਗੁਰੂ ਜੀ। ਆਪਣੀ ਇਸ਼ਟ ਰਾਹੀਂ, ਆਪਣੇ ਗੁਰੂ ਰਾਹੀਂ ਜਦੋਂ ਇਹ ਸਾਂਝ, ਇਹ ਰਿਸ਼ਤੇਦਾਰੀ ਬਣਾ ਲਈ, ਉਹਨੂੰ ਰਿਸ਼ਤੇਦਾਰ ਸਮਝ ਲਿਆ,
ਜਾਣਿਆ ਸਾਂਝ ਪੈ ਗਈ ਗੂੜੀ, ਗੂੜੀ ਪ੍ਰੀਤ ਵਿੱਚ, ਰੱਬ ਦੀ ਗੂੜੀ ਪ੍ਰੀਤ ਵਿੱਚ ਜਿਉਣਾ ਆ ਗਿਆ। ਗਹਿ ਕੰਠ ਲਾਇਆ ਗੁਰ ਮਿਲਾਇਆ, ਜਾਸ ਬਿਮਲ ਸੰਤ ਵਿਖਾਣਿਆ। ਉਹਨਾਂ ਨੇ ਇਸ ਤਰੀਕੇ ਦਾ ਜੀਵਨ ਜਿਉਇਆ, ਮਹਿਸੂਸ ਹੁੰਦਾ ਕਿ ਰੱਬ ਨੇ ਗਲਵਕੜੀ ਪਾਈ ਹੋਈ ਹੈ। ਉਹ ਜਿੱਥੇ ਵੀ ਬੈਠਦੇ ਨੇ ਰੱਬੀ ਵਿਚਾਰਾਂ ਕਰਦੇ ਨੇ, ਗੁਰੂ ਕੀਆਂ ਵਿਚਾਰਾਂ ਕਰਦੇ ਨੇ। ਉਹਨਾਂ ਦੇ ਅੰਦਰ ਜਜ਼ਬਾ ਹੈ, ਭਾਵਨਾ ਹੈ, ਲਗਨ ਹੈ, ਇੱਕ ਜਨੂਨ ਹੈ। ਉਹਨਾਂ ਨੇ ਗਲੇ ਦਾ ਹਾਰ ਬਣਾ ਲਿਆ, ਗਹਿ ਕੰਠ ਲਾਇਆ। ਰੱਬ ਨੇ ਗਹਿ ਕੰਠ ਲਾਇਆ, ਗਲਵਕੜੀ ਲੈ ਲਈ, ਗਲਵਕੜੀ ਵਿੱਚ ਪਾ ਲਿਆ। ਬਖਸ਼ਿਸ਼ਾਂ ਉਹਨਾਂ ਤੇ ਹੁੰਦੀਆਂ ਨੇ ਜਿਨ੍ਹਾਂ ਨੂੰ ਰੱਬ ਦੀ ਗਲਵਕੜੀ ਮਿਲਦੀ ਹੈ। ਬਖਸ਼ਿਸ਼ਾਂ ਹੋਣੀਆਂ ਹੀ ਰੱਬ ਦੀ ਗਲਵਕੜੀ ਹੈ। ਕਿਵੇਂ? ਗੁਰ ਮਿਲਾਇਆ, ਗੁਰਬਾਣੀ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਗੁਰਬਾਣੀ ਦੀਆਂ ਸਿੱਖਿਆਵਾਂ ਗੁਰ ਸਰੂਪ ਹੈ। ਉਹਨੂੰ ਖਿੜੇ ਮੱਥੇ ਮੰਨਣ ਦੇ ਨਾਲ ਜਿਨ੍ਹਾਂ ਨੇ ਰੱਬ ਦੇ ਨਾਲ ਮਿਲਾਪ ਪ੍ਰਾਪਤ ਕਰ ਲਿਆ, ਉਹ ਰੱਬ ਦੀ ਵਡਿਆਈ ਨੂੰ, ਜੋ ਨਿਰਮਲ ਵਡਿਆਈ ਹੈ, ਉਹ ਰੱਬ ਦੇ ਪਿਆਰਿਆਂ ਨੇ ਦੁਨੀਆ ਵਿੱਚ ਉਸ ਨੂੰ ਵੰਡਿਆ। ਉਹ ਜਿੱਥੇ ਬੈਠਦੇ ਨੇ ਰੱਬ ਦਾ ਜਸ ਵੰਡਦੇ ਨੇ, ਇੱਕ ਤਰੰਗਾ ਆਨੰਦ ਵੰਡਦੇ ਨੇ। ਉਹ ਰੱਬੀ ਚਰਚਾ ਕਰਦੇ ਨੇ, ਗੁਰੂ ਕੀ ਚਰਚਾ ਕਰਦੇ ਨੇ। ਬੇਅੰਤ ਗੁਣ ਅਨੇਕ ਮਹਿਮਾ, ਕੀਮਤ ਕਛੂ ਨਾ ਜਾਏ ਕਹੀ। ਉਸਦੇ ਗੁਣ ਬੇਅੰਤ ਨੇ, ਰੱਬ ਦੀ ਵਡਿਆਈ ਅਣਗਿਣਤ ਹੈ, ਅਨੇਕ ਮਹਿਮਾ। ਉਹਦੇ ਗੁਣ ਜਿਹੜੇ ਨੇ ਅਣਗਿਣਤ ਰੂਪ ਧਾਰਨ ਕਰਕੇ ਰੱਬ ਦੇ ਅਣਗਿਣਤ ਸਰੂਪ ਨੇ। ਜੇ ਰੱਬ ਮਿਠਾਸ ਦਾ ਸਾਗਰ ਹੈ, ਮਿੱਠ ਬੋਲੜਾ ਹੈ, ਤੇ ਉਹਦਾ ਰੂਪ ਕੋਇਲ ਦੀ ਬੋਲੀ ਹੈ, ਚਿੜੀਆਂ ਦਾ ਚੀਂ ਚੀਂ ਕਰਨਾ ਹੈ, ਝਰਨੇ ਦੀਆਂ ਆਵਾਜ਼ਾਂ ਦਾ ਆਨੰਦ, ਇਹ ਉਹਦੇ ਰੂਪ ਨੇ। ਜੇ ਵਾਹਿਗੁਰੂ ਜੀ ਸੁੰਦਰ ਸਰੂਪ ਨੇ, ਫੁੱਲਾਂ ਦੀ ਸੁੰਦਰਤਾ, ਤਿਤਲੀ ਦੇ ਖੰਭਾਂ ਦੀ ਸੁੰਦਰਤਾ, ਮੋਰ ਦੇ ਖੁੰਭਾਂ ਦੀ ਸੁੰਦਰਤਾ, ਇਹ ਉਹਦੇ ਰੂਪ ਨੇ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਅਨੇਕਾਂ ਰੂਪਾਂ ਦੇ ਵਿੱਚ ਉਹਦੀ ਵਡਿਆਈ ਹੈ। ਉਹਦੀ ਵੈਲਿਊ ਸਮਝ ਨਹੀਂ ਸਕਦੇ ਅਸੀਂ, ਪਰੇ ਤੋਂ ਪਰੇ ਹੈ। ਕੀਮਤ ਕਛੂ ਨਾ ਜਾਏ ਕਹੀ, ਕੈਨੋਟ ਬੀ ਫੁਲੀ ਡਿਸਕ੍ਰਾਈਬਡ। ਉਹਦੀ ਫੁੱਲੀ ਵਿਆਖਿਆ ਨਹੀਂ ਹੋ ਸਕਦੀ। ਪ੍ਰਭ ਏਕ ਅਨੇਕ ਅਲਖ ਠਾਕੁਰ, ਓਟ ਨਾਨਕ ਤਿਸ ਗਹੀ। ਉਹ ਰੱਬ ਇੱਕ ਹੈ, ਅਨੇਕ, ਉਹਦੇ ਰੂਪ ਅਣਗਿਣਤ ਨੇ। ਉਹ ਮਾਲਕ ਹੈ, ਬੇਅੰਤ ਹੈ। ਉਸ ਦੀ ਸ਼ਰਨ ਲੈ ਲਈ, ਉਹਨੂੰ ਸਮਰਪਿਤ ਹੋ ਕੇ ਜਿਉਣਾ ਆ ਗਿਆ, ਉਹ ਆਨੰਦ ਹੀ ਆਨੰਦ ਵਾਲਾ ਜੀਵਨ ਹੈ। ਅੰਮ੍ਰਿਤ ਬਨ ਸੰਸਾਰ, ਸਹਾਈ ਆਪ ਭਏ। ਜਦੋਂ ਰੱਬ ਮਦਦਗਾਰ ਹੁੰਦਾ ਨਾ, ਅੰਦਰ ਰੱਬੀ ਵਿਚਾਰਾਂ, ਰੱਬੀ ਸੋਚ, ਰੱਬੀ ਮਿਸ਼ਨ, ਰੱਬ ਦੇ ਮਿਸ਼ਨ ਲਈ ਆਪਾ ਵਾਰਨ ਦੀ ਭਾਵਨਾ, ਪ੍ਰੀਤ, ਲਗਨ ਅੰਦਰ ਪੈਦਾ ਹੋ ਜਾਂਦੀ ਨਾ, ਇਹ ਸਾਰਾ ਸੰਸਾਰ ਅੰਮ੍ਰਿਤ ਦੇ ਰਸ ਦੀਆਂ ਬੂੰਦਾਂ ਦਾ ਜਲ ਬਣ ਜਾਂਦਾ। ਅੰਮ੍ਰਿਤਬਾਨ ਜ਼ਿੰਦਗੀ ਦਾ ਹਰ ਵਰਤਾਰਾ ਰੱਬ ਦੀ ਪ੍ਰੀਤ ਵਧਾ ਦਿੰਦਾ ਹੈ। ਜ਼ਿੰਦਗੀ ਦਾ ਹਰ ਵਰਤਾਰਾ ਰੱਬ ਤੇ ਵਿਸ਼ਵਾਸ ਵਧਾ ਦਿੰਦਾ ਹੈ। ਜ਼ਿੰਦਗੀ ਦਾ ਹਰ ਵਰਤਾਰਾ ਰੱਬੀ ਮਿਸ਼ਨ ਤੇ ਤੁਰਨ ਦੇ ਲਈ ਇਕਾਗਰਤਾ, ਜਜ਼ਬਾ ਬਣਾ ਦਿੰਦਾ ਹੈ। ਸਾਰਾ ਸੰਸਾਰ ਅੰਮ੍ਰਿਤ ਰਸ ਦਾ ਜਲ, ਇਦਾਂ ਲੱਗਦਾ ਹੈ ਕਿ ਮੈਨੂੰ ਜਜ਼ਬਾ ਦੇਣ ਵਾਸਤੇ, ਮੈਨੂੰ ਉਤਸ਼ਾਹਿਤ ਕਰਨ ਵਾਸਤੇ, ਮੈਨੂੰ ਇਸ ਪਾਸੇ ਤੋਰਨ ਵਾਸਤੇ ਆ ਜੋ ਵਰਤਾਰੇ ਵਰਤ ਰਹੇ ਨੇ, ਇਹ ਅੰਮ੍ਰਿਤ ਦੇ ਰਸ ਦੀਆਂ ਬੂੰਦਾਂ ਦੀ ਬਾਰਿਸ਼ ਹੋ ਰਹੀ ਹੈ। ਰਾਮ ਨਾਮ ਉਰਹਾਰ, ਵਿਖ ਕੇ ਦਿਵਸ ਗਏ। ਰੱਬ ਦਾ ਨਾਮ, ਗਿਆਨ ਰੂਪੀ ਨਾਮ, ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਇਹਨੂੰ ਕਿਹੜੇ ਮੱਥੇ ਮੰਨਣਾ, ਕੁਰਬਾਨ ਜਾਣਾ, ਜਿੱਥੇ ਬੈਠਣਾ, ਇਹਦੀ ਵਿਚਾਰ ਚਰਚਾ ਕਰਨੀ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ। ਜਦੋਂ ਇਹ ਗਲੇ ਦਾ ਹਾਰ ਬਣ ਗਿਆ, ਫਿਰ ਵਿਕਾਰਾਂ ਰੂਪੀ ਜ਼ਹਿਰ ਦੇ ਦਿਨ ਚਲੇ ਗਏ। ਉਹ ਪਾਸਾ ਚੰਗਾ ਨਹੀਂ ਲੱਗਦਾ। ਰੱਬੀ ਵਿਧਾਤੇ ਨੇ, ਰੱਬ ਵਿਧਾਤਾ ਹੈ। ਉਹ ਵਿਧੀਆਂ ਬਣਾ ਦਿੰਦੇ ਨੇ, ਵਿਧੀਆਂ ਬਣਾ ਕੇ ਇਸ ਮਾਰਗ ਤੇ ਤੁਰਨ ਵਾਸਤੇ ਜਜ਼ਬਾ ਹੋਰ ਗੂੜਾ ਕਰ ਦਿੰਦੇ ਨੇ। ਗਤ ਭਰਮ ਮੋਹ ਬੇਕਾਰ ਬਿਨਸੇ, ਜੋਨ ਆਵਣ ਸਭ ਰਹੇ। ਭਰਮ ਜ਼ਿੰਦਗੀ ਚੋਂ ਗਤ ਹੁੰਦਾ, ਚਲਿਆ ਗਿਆ। ਮੋਹ ਵੀ ਚਲਿਆ ਗਿਆ। ਹੁਣ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਜਿਉਣਾ ਛੋਟੀ ਜੀ ਚੀਜ਼ ਬਣ ਗਈ। ਦੂਜਿਆਂ ਲਈ ਆਪਾ ਵਾਰਨਾ ਵੱਡਾ ਮਿਸ਼ਨ ਬਣ ਗਿਆ। ਅੰਦਰੋਂ ਬੇਕਾਰ, ਹੁਣ ਕ੍ਰੋਧੀ ਸੁਭਾਅ ਚੰਗਾ ਨਹੀਂ ਲੱਗਦਾ। ਹੰਕਾਰ, ਗੁਮਾਨ, ਵਿਖਾਵਾ, ਨਫ਼ਰਤ, ਨਿੰਦਾ, ਚੁਗਲੀ ਚੰਗੇ ਨਹੀਂ ਲੱਗਦੇ।
ਅੰਦਰ ਜਿਹੜਾ ਗੁਣਾਂ ਦਾ ਮੌਤ ਹੋ ਜਾਂਦੀ ਸੀ, ਔਗਣਾਂ ਦਾ ਜਨਮ ਹੋ ਜਾਂਦਾ ਸੀ, ਅੰਦਰ ਜਨਮ ਮਰਨ ਉਹ ਵੀ ਚਲਿਆ ਗਿਆ, ਜੋਨ ਆਵਣ ਸਭ ਰਹੇ, ਭਟਕਣਾ ਮਿਟ ਗਈ। ਅਗਨ ਸਾਗਰ ਭਏ ਸ਼ੀਤਲ, ਸਾਧ ਅੰਚਲ ਗਹਿ ਰਹੇ। ਸਾਧ ਦੇ ਅਰਥ ਤੇ ਗੁਰੂ ਸਾਹਿਬ ਹੈ। ਗੁਰੂ ਸਾਹਿਬ ਦਾ ਪੱਲਾ ਫੜਨ ਦੇ ਅਰਥ ਹੈ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨਣਾ। ਜਿਹਨੇ ਗੁਰੂ ਪਾਤਸ਼ਾਹ ਦਾ ਪੱਲਾ ਫੜੀ ਰੱਖਿਆ, ਭਾਵ ਹਰ ਵੇਲੇ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਪ੍ਰੈਕਟੀਕਲ ਜ਼ਿੰਦਗੀ ਜਿਉਇਆ, ਖਿੜੇ ਮੱਥੇ ਮੰਨਿਆ। ਇਹ ਜਿਹੜਾ ਸੰਸਾਰ ਹੈ ਨਾ, ਅਗਨ ਸਾਗਰ ਹੈ। ਇੱਥੇ ਕ੍ਰੋਧ ਦੀਆਂ ਲਾਟਾਂ ਬਲਦੀਆਂ ਨੇ, ਇੱਥੇ ਨਫ਼ਰਤ ਦੀ ਅੱਗ ਭੜਕਦੀ ਹੈ, ਇੱਥੇ ਹੰਕਾਰ ਚਿੰਤਾ ਦੀ ਅੱਗ ਹੈ। ਇਸ ਚਿਖਾ ਦੇ ਵਿੱਚ, ਚਿੰਤਾ ਦੀ ਚਿਖਾ ਵਿੱਚ ਕ੍ਰੋਧ ਅਗਨ, ਨਫ਼ਰਤ ਅਗਨ, ਹੰਕਾਰ ਅਗਨੀ ਇਹਦੇ ਵਿੱਚ ਸੜ ਰਹੇ ਨੇ। ਤੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦਾ ਪੱਲਾ ਫੜਿਆ, ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਅਨੁਸਾਰ ਜਿਉਇਆ, ਭਏ ਸ਼ੀਤਲ, ਬਚ ਗਏ। ਅੰਦਰ ਸ਼ਾਂਤੀ ਆਨੰਦ ਸਹਿਜ ਆ ਗਿਆ। ਗੋਬਿੰਦ ਗੋਪਾਲ ਦਇਆਲ ਸਮਰਿਤ, ਬੋਲ ਸਾਧੂ ਹਰ ਜੈ ਜੈ। ਜਿਨ੍ਹਾਂ ਨੇ ਬੋਲ ਸਾਧੂ, ਗੁਰੂ ਦੇ ਬਚਨ, ਗੁਰੂ ਦੇ ਉਪਦੇਸ਼ਾਂ ਰਾਹੀਂ ਜੀਵਨ ਜਿਉਇਆ, ਉਹਨਾਂ ਦਾ ਜੀਵਨ ਰੱਬ ਦੀ ਜੈ ਜੈਕਾਰ ਕਰ ਰਿਹਾ, ਰੱਬ ਦੇ ਸਿਧਾਂਤਾਂ ਦੀ ਜੈ ਜੈਕਾਰ ਕਰ ਰਿਹਾ। ਉਹ ਗੋਬਿੰਦ ਗੋਪਾਲ ਦਇਆਲ ਸਰਬ ਸਮਰੱਥ ਵਾਹਿਗੁਰੂ ਜੀ ਉਸ ਦੇ ਪਿਆਰ ਵਿੱਚ ਜਿਉਂਦੇ ਨੇ, ਉਹਨੂੰ ਸਮਰਪਿਤ ਹੋ ਕੇ ਜਿਉਂਦੇ ਨੇ। ਨਾਨਕ ਨਾਮ ਧਿਆਏ ਪੂਰਨ, ਨਾਨਕ ਨਾਮ ਧਿਆਏ ਪੂਰਨ, ਸਾਧ ਸੰਗ ਪਾਈ ਪਰਮ ਗਤੇ। ਇਹ ਗੁਰੂ ਕੀ ਸੰਗਤ ਵਿੱਚੋਂ, ਗੁਰੂ ਕੀ ਸੰਗਤ ਕਰਨਾ ਕੀ ਹੈ? ਗੁਰੂ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਣਾ ਤੇ ਪ੍ਰਭਾਵਿਤ ਹੋ ਕੇ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨਣਾ ਤੇ ਬਦਲ ਜਾਣਾ ਹੀ ਸੰਗਤ ਕਰਨੀ ਹੁੰਦੀ ਹੈ। ਇਹ ਉੱਚੀ ਅਵਸਥਾ ਮਿਲ ਗਈ, ਉੱਚੀ ਸੋਚ, ਉੱਚੇ ਵਿਚਾਰ, ਉੱਚਾ ਜਜ਼ਬਾ, ਉੱਚਾ ਮਿਸ਼ਨ। ਉਹ ਮਿਸ਼ਨ ਦੁਨੀਆ ਨਾਲੋਂ ਕੀਮਤੀ ਹੁੰਦਾ ਹੈ, ਉਹ ਵਿਚਾਰ ਸੋਚ ਦੁਨੀਆ ਨਾਲੋਂ ਕੀਮਤੀ ਹੁੰਦੀ। ਜਿਨ੍ਹਾਂ ਨੂੰ ਹੇ ਨਾਨਕ ਜੀ ਨਾਮ ਧਿਆਉਣਾ ਆ ਗਿਆ, ਗਿਆਨ ਰੂਪੀ ਨਾਮ, ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਖਿੜੇ ਮੱਥੇ ਜਿਉਣਾ ਆ ਗਿਆ। ਇਹ ਗਿਆਨ ਰੂਪੀ ਨਾਮ ਨੂੰ ਜਪਣਾ ਹੈ। ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਆ ਗਿਆ। ਇਹ ਧਿਆਨ ਰੂਪੀ ਨਾਮ ਨੂੰ ਧਿਆਉਣਾ ਹੈ। ਜਹਾਂ ਦੇਖੋ ਤਹਾਂ ਸੰਗ ਇੱਕੋ ਰੱਬ ਰਹਿਆ। ਫਿਰ ਤੇ ਜਿੱਧਰ ਵੀ ਦੇਖੀਏ ਵਾਹਿਗੁਰੂ ਜੀ ਦੇ ਵਰਤਾਰੇ ਨੇ, ਹਰ ਵਰਤਾਰਾ ਵਾਹਿਗੁਰੂ ਜੀ ਦੇ ਚੋਜ ਨੇ। ਜੋ ਕੁਝ ਵੀ ਹੋ ਰਿਹਾ ਉਹਦੇ ਨਿਜ਼ਮ ਦੇ ਵਰਤਾਰੇ ਨੇ। ਬਸ ਉਹ ਇੱਕੋ ਇੱਕ ਹਰ ਥਾਂ ਤੇ ਰਵਿਆ ਹੋਇਆ। ਏਦਾਂ ਮਹਿਸੂਸ ਹੁੰਦਾ ਹੈ। ਘਟ ਘਟ ਵਾਸੀ ਆਪ, ਘਟ ਘਟ ਵਾਸੀ ਆਪ, ਵਿਰਲੇ ਕਿਨੈ ਲਹਿਆ। ਉਹ ਹਰ ਸਰੀਰ ਵਿੱਚ ਵਸਦਾ ਹੈ, ਜੋਤ ਬਣ ਕੇ ਹਰ ਇੱਕ ਦੇ ਅੰਦਰ ਹੈ, ਕਲਾ ਬਣ ਕੇ ਹਰ ਇੱਕ ਦੇ ਅੰਦਰ ਹੈ, ਗੁਣ ਬਣ ਕੇ ਹਰ ਇੱਕ ਦੇ ਅੰਦਰ ਹੈ। ਉਹ ਜੋਤ ਬਣ ਕੇ ਸੋਝੀ ਦਿੰਦਾ ਹੈ, ਉਹ ਕਲਾ ਬਣ ਕੇ ਕੋਈ ਨਾ ਕੋਈ ਸਿਰਜਣਾ ਕਰਦਾ ਹੈ, ਉਹ ਗੁਣ ਬਣ ਕੇ ਗੁਣਾਂ ਦਾ ਖਜ਼ਾਨਾ ਵਰਤਾ ਰਿਹਾ। ਵਿਰਲਿਆਂ ਨੇ ਉਸ ਨੂੰ ਜਪਿਆ, ਵਿਰਲਿਆਂ ਨੇ ਉਸ ਨੂੰ ਸਮਝਿਆ, ਜ਼ਿੰਦਗੀ ਜਿਉਇਆ, ਵਿਰਲਾ ਕਿਨੈ ਲਾਇਆ। ਜਲ ਥਲ ਮਹੀਅਲ ਪੂਰ ਪੂਰਨ, ਕੀਟ ਹਸਤ ਸਮਾਨਿਆ। ਕੀਟ ਕੀੜੀ, ਹਸਤ ਹਾਥੀ, ਹਾਥੀ ਕੀੜੀ ਦੇ ਵਿੱਚ ਵੀ ਹਾਥੀ ਦੇ ਵਿੱਚ ਇੱਕ ਸਮਾਨ ਹੈ ਰਵਿਆ ਹੋਇਆ। ਜਲ ਥਲ ਮਹੀਅਲ, ਹਰ ਥਾਂ ਤੇ ਸੱਚਾ ਗਿਆਨ ਬਣ ਕੇ, ਸ਼ਕਤੀ ਬਣ ਕੇ, ਕਲਾ ਬਣ ਕੇ, ਸਤਾ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ, ਬਖਸ਼ਿਸ਼ ਬਣ ਕੇ ਹਰ ਥਾਂ ਤੇ ਸਮਾਇਆ ਹੋਇਆ। ਆਦਿ ਅੰਤੇ ਮੱਧ ਸੋਈ, ਗੁਰ ਪ੍ਰਸਾਦੀ ਜਾਣਿਆ। ਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਅੰਦਰ ਜੋ ਗੁਰ ਸਰੂਪ ਹੈ, ਗੁਰਬਾਣੀ ਦੀਆਂ ਸਿੱਖਿਆਵਾਂ, ਗੁਰ ਸਰੂਪ, ਗੁਰ ਪ੍ਰਸਾਦੀ, ਉਹਨੂੰ ਖਿੜੇ ਮੱਥੇ ਮੰਨਾਂਗੇ ਤਾਂ ਉਸ ਦੀ ਕਿਰਪਾ ਹੁੰਦੀ ਹੈ, ਸੁਭਾਅ ਬਦਲਦਾ। ਫਿਰ ਉਹ ਜਦੋਂ ਕੋਈ ਕੁਝ ਵੀ ਨਹੀਂ ਸੀ, ਉਦੋਂ ਵੀ ਸੀ ਉਹ ਸ਼ਕਤੀ, ਅੰਤ ਵਿੱਚ ਵੀ, ਮੱਧ ਵਿੱਚ ਵੀ। ਉਹਦੇ ਨਾਲ ਸਾਂਝ ਬਣ ਗਈ, ਜਾਣਿਆ, ਸਾਂਝ ਬਣ ਗਈ, ਪ੍ਰੀਤ ਬਣ ਗਈ। ਹਰ ਵੇਲੇ ਹਾਜ਼ਰ ਨਾਜ਼ਰ ਮਹਿਸੂਸ ਹੁੰਦਾ ਹੈ। ਬ੍ਰਹਮ ਪਸਰਿਆ, ਬ੍ਰਹਮ ਲੀਲਾ, ਗੋਬਿੰਦ ਗੁਣ ਨਿਧ ਜਨ ਕਹਿਆ। ਫਿਰ ਇਦਾਂ ਲੱਗਦਾ ਜੋ ਵੀ ਵਰਤਾਰੇ ਵਰਤ ਰਹੇ ਨੇ ਉਹ ਬ੍ਰਹਮ ਬਣ ਕੇ ਪਸਰਿਆ ਹੋਇਆ। ਸਾਰੀ ਉਹਦੀ ਲੀਲਾ, ਉਹਦੇ ਚੋਜ ਵਰਤਾਰੇ ਵਰਤ ਰਹੇ ਨੇ। ਉਹ ਗੁਣਾਂ ਦਾ ਖਜ਼ਾਨਾ ਹੈ। ਜਿਹੜੇ ਉਹਦੇ ਚਾਕਰ ਬਣ ਜਾਂਦੇ ਨੇ, ਉਹਦੀ ਚਾਕਰੀ ਕਰਦੇ ਆ, ਆਪਾ ਵਾਰ ਦਿੰਦੇ ਨੇ। ਜਨ ਕਹਿਆ, ਉਹ ਜਦੋਂ ਬੋਲਦੇ ਨੇ ਹੋਰਨਾਂ ਨੂੰ ਵੰਡਦੇ ਨੇ। ਉਹਨਾਂ ਦੇ ਬੋਲਾਂ ਵਿੱਚ ਰੱਬ ਦੇ ਗੁਣਾਂ ਦੀ ਵਿਆਖਿਆ ਹੁੰਦੀ ਹੈ, ਰੱਬ ਦੇ ਜਜ਼ਬੇ ਦੀ ਵਿਆਖਿਆ ਹੁੰਦੀ ਹੈ। ਉਹਨਾਂ ਦੇ ਬੋਲ ਸੁਣ ਕੇ ਪਤਾ ਲੱਗਦਾ ਜਜ਼ਬਾ ਇਹਨੂੰ ਕਹਿੰਦੇ ਨੇ।
ਉਹਨਾਂ ਦੇ ਬੋਲ ਸੁਣ ਕੇ ਪਤਾ ਲੱਗਦਾ ਪ੍ਰੀਤ ਇਹਨੂੰ ਕਹਿੰਦੇ ਨੇ। ਸਿਮਰ ਸੁਆਮੀ ਅੰਤਰਜਾਮੀ ਹਰ ਏਕ ਨਾਨਕ ਰਬ ਰਹਿਆ। ਹੇ ਨਾਨਕ ਜੀ, ਉਹ ਤਾਂ ਹਰ ਥਾਂ ਤੇ ਰਵਿਆ ਹੋਇਆ ਹੈ, ਹਰ ਥਾਂ ਤੇ ਉਹਦੇ ਵਰਤਾਰੇ ਵਰਤ ਰਹੇ ਨੇ। ਉਸ ਮਾਲਕ ਨੂੰ, ਉਹ ਅੰਤਰਜਾਮੀ ਨੇ, ਉਹਨੂੰ ਜਿਹਨੇ ਯਾਦ ਰੱਖਿਆ। ਸਿਮਰ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਇਆ, ਉਹਨਾਂ ਨੂੰ ਮਹਿਸੂਸ ਹੋਇਆ ਮੇਰਾ ਪਿਆਰਾ ਤਾਂ ਹਰ ਥਾਂ ਤੇ ਹੈ। ਦਿਨ ਰਹਿਣ ਸੁਹਾਵੜੀ ਆਈ ਸਿਮਰਤ ਨਾਮ ਹਰੇ। ਜਿਨ੍ਹਾਂ ਨੂੰ ਰੱਬ ਦਾ ਨਾਮ ਸਿਮਰਤ ਦਾ ਸੰਬੰਧ ਚੇਤਾ ਸ਼ਕਤੀ ਨਾਲ ਹੈ, ਹਰ ਵੇਲੇ ਰੱਬੀ ਉਪਦੇਸ਼ ਯਾਦ ਰਹਿੰਦੇ ਨੇ, ਰੱਬੀ ਉਪਦੇਸ਼ ਅਨੁਸਾਰ ਜੀਵਨ ਜਿਉਂਦੇ ਨੇ, ਖਿੜੇ ਮੱਥੇ ਮੰਨਦੇ ਨੇ, ਇਹ ਵੀ ਨਾਮ ਸਿਮਰਨ ਹੈ। ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਹਰ ਵੇਲੇ ਜਿਉਣਾ, ਉਸ ਰਸ ਵਿੱਚ ਭਿੱਜੇ ਰਹਿਣਾ, ਇਹ ਵੀ ਨਾਮ ਸਿਮਰਨ ਹੈ। ਜਿਨ੍ਹਾਂ ਨੂੰ ਇਹ ਜਿਉਣਾ ਆ ਗਿਆ, ਜਪਣਾ ਆ ਗਿਆ, ਸਿਮਰਨਾ ਆ ਗਿਆ, ਉਹਨਾਂ ਦਾ ਦਿਨ ਵੀ ਸੋਹਣਾ ਤੇ ਉਹਨਾਂ ਦੀ ਰਾਤ ਵੀ ਸੋਹਣੀ। ਭਾਵ ਹਰ ਵੇਲੇ ਸੁਹਾਵਣਾ ਜੀਵਨ ਜਿਉਂਦੇ ਨੇ। ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ। ਜਿਨ੍ਹਾਂ ਦੀ ਰੱਬ ਦੇ ਚਰਨ ਕਮਲਾਂ ਨਾਲ ਪ੍ਰੀਤ ਬਣਦੀ ਹੈ। ਰੱਬ ਦੇ ਚਰਨ ਕਮਲ ਰੱਬ ਦੇ ਉਪਦੇਸ਼ ਨੇ, ਗੁਰਬਾਣੀ ਦੀਆਂ ਸਿੱਖਿਆਵਾਂ, ਉਪਦੇਸ਼ ਹਰ ਵਰਤਾਰੇ ਵਿੱਚ ਵੀ ਨੇ। ਰੱਬ ਦੇ ਚਰਨ ਗੁਣ ਵੀ ਨੇ, ਗੁਣ ਹਰ ਥਾਂ ਤੇ ਦਿਖਾਈ ਦਿੰਦੇ ਨੇ। ਭਾਵਨਾ ਹੋਣੀ ਚਾਹੀਦੀ ਹੈ, ਸਾਂਝ ਕਰੀ ਜੈ ਗੁਨਾਹ ਕੇਰੀ ਛੋੜ ਅਵਗਣ ਚੱਲੀ ਹੈ। ਜਿਨ੍ਹਾਂ ਦੇ ਅੰਦਰ ਪ੍ਰੀਤ ਬਣ ਗਈ ਨਾ, ਉਹਨਾਂ ਦੇ ਅੰਦਰ ਪਾਪ ਤੇ ਪਾਪ ਪ੍ਰਵਿਰਤੀਆਂ ਖਤਮ ਹੋ ਜਾਂਦੀਆਂ ਨੇ। ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ, ਉਹ ਦੂਸਰਿਆਂ ਦਾ ਭਲਾ ਕਰਦੇ ਨੇ, ਭਲਾ ਵੰਡਦੇ ਨੇ। ਦੁੱਖ ਭੂਖ ਦਰ ਨਾਠੇ ਪ੍ਰਗਟ ਮਗ ਦਿਖਾਇਆ। ਉਹਨਾਂ ਦੇ ਅੰਦਰੋਂ ਜੋ ਵੀ ਵਰਤਾਰੇ ਉਹਨਾਂ ਦੀ ਜ਼ਿੰਦਗੀ 'ਚ ਵਰਤਦੇ ਨੇ, ਅੰਦਰੋਂ ਦੁਖੀ ਨਹੀਂ ਹੁੰਦੇ, ਅੰਦਰੋਂ ਦੁੱਖ ਭੱਜ ਜਾਂਦਾ ਹੈ। ਭੂਖ ਦੇ ਅਰਥ ਹੈ ਤ੍ਰਿਸ਼ਨਾ, ਸਵਾਰਥੀ ਨਹੀਂ ਹੁੰਦੇ, ਲੋਭੀ ਨਹੀਂ ਹੁੰਦੇ, ਉਹ ਸਬਰ ਸੰਤੋਖ ਵਿੱਚ ਜਿਉਂਦੇ ਨੇ। ਉਹ ਦਰਿਦਰੀ ਨਹੀਂ ਹੁੰਦੇ, ਲੇਜ਼ੀ ਨਹੀਂ ਹੁੰਦੇ, ਆਲਸੀ ਨਹੀਂ ਹੁੰਦੇ, ਉਹ ਉਦਮੀ ਹੁੰਦੇ ਨੇ, ਹਰ ਵੇਲੇ ਕੁਛ ਨਾ ਕੁਛ ਕਰਦੇ ਨੇ। ਇੱਧਰ ਇੱਧਰ ਲੋਭ ਲਾਲਚ ਤ੍ਰਿਸ਼ਨਾ ਭੁੱਖ ਦੁਖੀ ਹੋਣ ਦੀ ਪ੍ਰਵਿਰਤੀ ਅੰਦਰੋਂ ਨੱਠ ਜਾਂਦੀ ਹੈ, ਭੱਜ ਜਾਂਦੀ ਹੈ। ਰੱਬ ਨੇ ਉਹਨਾਂ ਨੂੰ ਪ੍ਰਗਟ ਰੂਪ ਵਿੱਚ ਪ੍ਰਤੱਖ ਇੱਕ ਰਸਤਾ ਦਿਖਾ ਦਿੱਤਾ ਜ਼ਿੰਦਗੀ ਜਿਉਣ ਦਾ। ਉਸ ਜੀਵਨ ਤੇ ਤੁਰਦੇ ਨੇ, ਅਗਾਂਹ ਕੂ ਤਰਾਂਗ ਪਿਛਾਂ ਫੇਰਨਾ ਮੋਢੜਾ। ਉਸ ਜੀਵਨ ਤੇ ਤੁਰੇ ਰਹਿੰਦੇ ਨੇ, ਤੁਰੇ ਰਹਿੰਦੇ ਨੇ, ਅੱਗੇ ਦੀ ਅੱਗੇ ਵੱਧਦੇ ਜਾਂਦੇ ਨੇ। ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ। ਜਦੋਂ ਗੁਰੂ ਦਾ ਸੰਗ ਕਰਨਾ ਆ ਗਿਆ, ਸਾਧ ਸੰਗੇ ਦੇ ਅਰਥ ਹੈ ਗੁਰੂ ਦੀ ਸੰਗਤ ਕਰਨੀ ਆ ਗਈ। ਭਾਵ ਗੁਰੂ ਪਾਤਸ਼ਾਹ ਦੇ ਉਪਦੇਸ਼ ਚੰਗੇ ਲੱਗਣ ਲੱਗ ਪਏ, ਖਿੜੇ ਮੱਥੇ ਮੰਨਣ ਦੀ ਭਾਵਨਾ ਜਾਗ ਪਈ, ਇਹ ਗਿਆਨ ਰੂਪੀ ਨਾਮ ਨੂੰ ਜਪਣ ਦਾ ਪਿਆਰ ਜਾਗ ਪਿਆ। ਨਾਮ ਰੰਗੇ, ਮਨ ਦੇ ਵਿੱਚ ਇੱਕ ਇੱਛਾ ਜਾਗੀ ਤੇ ਲੋੜੀਂਦਾ ਪਾਇਆ। ਫਿਰ ਉਹ ਪ੍ਰਾਪਤੀਆਂ ਹੋਣ ਲੱਗ ਪਈਆਂ। ਉਹਨਾਂ ਦੇ ਨਿਸ਼ਾਨੇ ਤੇ ਗੁਰੂ ਦੇ ਨਿਸ਼ਾਨੇ ਇੱਕ ਹੋ ਗਏ, ਉਹਨਾਂ ਦਾ ਮਿਸ਼ਨ ਤੇ ਗੁਰੂ ਦਾ ਮਿਸ਼ਨ ਇੱਕ ਹੋ ਗਿਆ। ਫਿਰ ਗੁਰੂ ਪਾਤਸ਼ਾਹ ਉਸ ਮਿਸ਼ਨ ਦੀ ਪ੍ਰਾਪਤੀ ਕਰਦੇ ਨੇ, ਉਹਦੀ ਝੋਲੀ ਪਾਉਂਦੇ ਨੇ। ਹਰ ਦੇਖ ਦਰਸ਼ਨ ਇੱਛ ਪੁੰਨੀ ਕੁਲ ਸੰਭੂਹਾ ਸਭ ਤਰੇ। ਫਿਰ ਹਰ ਥਾਂ ਤੇ ਹਰ ਵਰਤਾਰਾ ਰੱਬ ਦੇ ਚੋਜ ਦਿਖਾਈ ਦਿੰਦਾ ਹੈ। ਹਰ ਵਰਤਾਰੇ ਵਿੱਚੋਂ ਸੱਚਾ ਗਿਆਨ ਬਣ ਕੇ ਰੱਬ ਦਰਸ਼ਨ ਦਿੰਦਾ ਹੈ। ਹਰ ਇੱਕ ਦੇ ਵਿੱਚੋਂ ਫਿਰ ਗੁਣੀ ਨਿਧਾਨ ਗੁਣ ਬਣ ਕੇ ਦੀਦਾਰ ਦਿੰਦਾ ਹੈ। ਜਿਹਨੂੰ ਹਰ ਵੇਲੇ ਆਪਣੇ ਪਿਆਰੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਸਮਝਣ ਦੀ ਭਾਵਨਾ, ਇਹ ਦਰਸ਼ਨ ਦੀਦਾਰਿਆਂ ਦੀ ਝਲਕ ਪ੍ਰਾਪਤ ਹੋ ਗਈ। ਉਹਨਾਂ ਦੀ ਇਸ ਪਾਸੇ ਦੀ ਇੱਛਾ ਵੀ ਪੂਰੀ ਹੋ ਗਈ ਤੇ ਉਹਨਾਂ ਦੀ ਕੁੱਲ ਵੀ ਤਰ ਗਈ। ਕੁੱਲ ਇੱਥੇ ਉਹਦੇ ਸੰਗੀ ਸਾਥੀ ਨੇ, ਕੁੱਲ ਪੁੱਤਰ ਧੀਆਂ ਨਹੀਂ ਹੁੰਦੇ। ਹੁਣ ਗੁਰੂ ਪਾਤਸ਼ਾਹ ਦੇ ਪੁੱਤਰਾਂ ਨੇ ਜੇ ਗੱਲ ਨਹੀਂ ਮੰਨੀ ਤਾਂ ਕੁੱਲ ਵਿੱਚ ਨਹੀਂ ਆਏ। ਭਾਈ ਲਹਿਣਾ ਜੀ ਨੇ ਖਿੜੇ ਮੱਥੇ ਮੰਨਿਆ ਤਾਂ ਉਹ ਗੁਰੂ ਪਾਤਸ਼ਾਹ ਦੀ ਕੁੱਲ ਵਿੱਚ ਆ ਗਏ। ਜਦੋਂ ਅਸੀਂ ਭਾਈ ਸੱਤਾ ਬਲਵੰਡ ਜੀ ਦੀ ਵਾਰ ਪੜ੍ਹਦੇ ਹਾਂ, ਉਸ ਵਿੱਚ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਤੀਜੀ ਪੀੜ੍ਹੀ ਮੰਨਿਆ, ਉਹ ਉਹਨਾਂ ਦੀ ਕੁੱਲ ਵਿੱਚ ਆ ਗਏ। ਉਹਨਾਂ ਦੇ ਸੰਗੀ ਸਾਥੀ ਵੀ ਫਿਰ ਪ੍ਰਭਾਵਿਤ ਹੋ ਕੇ ਇਸ ਪਾਸੇ ਤੁਰਦੇ ਨੇ, ਉਹ ਵੀ ਬਖਸ਼ਾਂ ਪ੍ਰਾਪਤ ਕਰਦੇ ਨੇ। ਦਿਨ ਸਰੈਣ ਆਨੰਦ ਅਨੰਦਨ ਸਿਮਰੰਤ ਨਾਨਕ ਹਰ ਹਰੇ। ਫਿਰ ਦਿਨ ਰਹਿਣ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਜਿਹੜੇ ਰੱਬ ਦੇ ਪਿਆਰ ਵਿੱਚ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ। ਹੇ ਨਾਨਕ ਜੀ, ਸਿਮਰੰਤ ਮਿੱਠੀ ਮਿੱਠੀ ਯਾਦ, ਹਰ ਹਰੇ ਉਸ ਰੱਬ ਦੀ ਯਾਦ ਵਿੱਚ। ਸਤਿਗੁਰੂ ਕਿਰਪਾ ਕਰਨ।
ਗੁਰਬਾਣੀ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਹਿਰਦੇ ਤੇ ਪਵੇ। ਜਿੰਨੀ ਸਮਝ ਆਵੇ ਖਿੜੇ ਮੱਥੇ ਮੰਨਣ ਦੀ ਭਾਵਨਾ ਬਣੇ। ਇਹਨੂੰ ਗੁਰਬਾਣੀ ਦੀ ਹਰ ਸਿੱਖਿਆ ਨੂੰ ਆਪਣੇ ਸੋਚ ਸੁਭਾਅ ਤੇ ਲਾਗੂ ਕਰੀਏ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣ ਦਾ ਯਤਨ ਕਰੀਏ। ਹਰ ਸਿੱਖਿਆ ਸਾਡੀ ਸੋਚ ਤੇ ਸੁਭਾਅ ਨਾਲ ਸੰਬੰਧਿਤ ਹੈ। ਆਪਣੇ ਸੋਚ ਤੇ ਸੁਭਾਅ ਨੂੰ ਕੰਪੇਅਰ ਕਰੀਏ। ਗੁਰੂ ਸਾਹਿਬ ਕੀ ਕਹਿ ਰਹੇ ਨੇ ਤੇ ਅਸੀਂ ਕਿੱਦਾਂ ਦਾ ਸੁਭਾਅ ਰੱਖੀ ਬੈਠੇ ਹਾਂ, ਅਸੀਂ ਕਿਸ ਤਰ੍ਹਾਂ ਦੀ ਸੋਚ ਰੱਖੀ ਬੈਠੇ, ਅਸੀਂ ਜਿਉਂ ਕਿਵੇਂ ਰਹੇ ਹਾਂ। ਫਿਰ ਅੰਦਰ ਇੱਕ ਤੜਫ ਜਾਗੇਗੀ, ਇੱਕ ਨਿਮਰਤਾ ਜਾਗੇਗੀ, ਇੱਕ ਪਛਤਾਵਾ ਜਾਗੇਗਾ, ਆਪਣੀ ਸੋਚ ਸੁਭਾਅ ਨੂੰ ਬਦਲਣ ਦਾ ਇੱਕ ਜਜ਼ਬਾ ਜਾਗੇਗਾ। ਫਿਰ ਜਿਉਂ-ਜਿਉਂ ਸੋਚ ਸੁਭਾਅ ਬਦਲੇਗਾ, ਗੁਰਮੁਖ ਸੁਭਾਅ ਤੇ ਗੁਰਮਤ ਦੀ ਸੋਚ ਵਾਲੀ ਮੰਜ਼ਿਲ ਵੱਲ ਨੂੰ ਵਧੇਗਾ। ਫਿਰ ਗੁਰੂ ਪਾਤਸ਼ਾਹ ਦੀਆਂ ਕੁਰਬਾਨੀਆਂ ਦਿਲ ਔਰ ਦਿਮਾਗ ਤੇ ਛਾ ਜਾਣਗੀਆਂ। ਫਿਰ ਗੁਰੂ ਸਾਹਿਬ ਦਾ ਇਤਿਹਾਸਕ ਵਿਰਸਾ, ਸ਼ਹੀਦਾਂ ਦੀਆਂ ਕੁਰਬਾਨੀਆਂ ਮਨ ਤੇ ਐਸਾ ਪ੍ਰਭਾਵ ਪਾਉਣਗੀਆਂ, ਮਹਿਸੂਸ ਹੋਏਗਾ ਕਿ ਅਸੀਂ ਗੁਰੂ ਸਾਹਿਬ ਦੇ ਕਰਜ਼ਈ ਹਾਂ, ਰਿਣੀ ਹਾਂ, ਕਰਜ਼ਦਾਰ ਹਾਂ। ਉਹਨਾਂ ਸਾਡੇ ਲਈ ਇੰਨਾ ਕੁਝ ਕੀਤਾ ਹੈ। ਫਿਰ ਕੌਮ ਦੀ ਚੜ੍ਹਦੀ ਕਲਾ ਲਈ ਆਪਾ ਵਾਰਨ ਦੀ ਭਾਵਨਾ ਜਾਗੇਗੀ। ਫਿਰ ਕਿਤੇ ਪਰਉਪਕਾਰ ਦੇ ਮਿਸ਼ਨ ਤੇ ਸਿੱਖ ਤੁਰੇਗਾ। ਮੱਥਾ ਟੇਕ ਕੇ ਜੋ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਵਾਹਿਗੁਰੂ ਜੀ ਨੇ ਫਿਰ ਸਾਡੇ ਜੀਵਨ ਵਿੱਚ ਪਰਉਪਕਾਰੀ ਜੀਵਨ ਲਿਆਉਣਾ ਹੈ। ਗਿਆਨ ਵਿਦਿਆ ਤਾਦੀ ਸਫਲ ਹੈ ਜੇ ਜੀਵਨ ਪਰਉਪਕਾਰੀ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਹਰ ਸਿੱਖ ਨੇ ਪਰਉਪਕਾਰੀ ਬਣਨਾ ਹੈ। ਤੁਸੀਂ ਆਪਣੇ ਮਿੱਤਰਾਂ ਦੋਸਤਾਂ ਨੂੰ ਜੋੜਦੇ ਰਹੋ, ਗੁਰਬਾਣੀ ਵਿਆਖਿਆ ਨਾਲ ਜੋੜਦੇ ਰਹੋ। ਹਰ ਘਰ ਵਿੱਚ ਅਰਥਾਂ ਸਮੇਤ ਸਹਿਜ ਪਾਠ ਹੋਵੇ। ਹਰ ਘਰ ਵਿੱਚ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੁਝ ਕਰਨ ਦੇ ਲਈ, ਕੁਝ ਆਪਾ ਵਾਰਨ ਦੇ ਲਈ ਜਜ਼ਬਾ ਹੋਵੇ। ਹਰ ਨੌਜਵਾਨ ਪੁੱਤਰਾਂ ਧੀਆਂ ਦੇ ਅੰਦਰ ਇਹ ਭਾਵਨਾ ਹੋਵੇ, ਆਪਣੇ ਬੱਚਿਆਂ ਨੂੰ ਗੁਰਬਾਣੀ ਗੁਰਮਤਿ ਗੁਰਸਿੱਖੀ ਨਾਲ ਜੋੜੀਏ ਤੇ ਸਾਰੇ ਰਲ ਮਿਲ ਕੇ ਹਰ ਘਰ ਨੂੰ ਧਰਮਸ਼ਾਲਾ ਬਣਾਉਣ ਵਾਸਤੇ ਘਰ ਘਰ ਵਿੱਚ ਗੁਰਬਾਣੀ ਪ੍ਰਚਾਰ ਪਹੁੰਚਾਈਏ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਸਾਰੇ ਕਲੈਕਟਿਵ ਐਫਰਟਸ ਕਰੀਏ, ਸਮੂਹਿਕ ਯਤਨ ਕਰੀਏ। ਸਤਿਗੁਰੂ ਕਿਰਪਾ ਕਰਨ। ਧੰਨਵਾਦੀ ਹਾਂ ਤੁਹਾਡਾ। ਤੁਸੀਂ ਉਡੀਕਦੇ ਹੋ, ਨਿਤ ਲਾਹਾ ਪ੍ਰਾਪਤ ਕਰਦੇ ਹੋ। ਆਪਣੇ ਵਿਚਾਰ ਖੁੱਲ੍ਹ ਕੇ ਵੀਡੀਓ ਦੇ ਹੇਠਾਂ ਲਿਖਿਆ ਕਰੋ, ਖੁੱਲ੍ਹ ਕੇ ਲਿਖਿਆ ਕਰੋ, ਆਪਣੇ ਵਿਚਾਰ ਦਿਆ ਕਰੋ। ਤੁਸੀਂ sikhminty.net ਜਾਂ gurgyan.com ਤੇ ਜਾ ਕੇ ਆਪਣੇ ਵਿਚਾਰ ਲਿਖੋ। ਸਾਡੀ ਈਮੇਲ ਗੁਰਗਿਆਨ ਲਰਨਿੰਗ ਸੈਂਟਰ ਤੇ ਜਾ ਕੇ ਆਪਣੇ ਵਿਚਾਰ ਭੇਜੋ। ਤੁਸੀਂ ਕੀ ਸਹਿਯੋਗ ਦੇ ਸਕਦੇ ਹੋ, ਸਾਡੇ ਸਹਿਯੋਗੀ ਬਣੋ। ਗੁਰਬਾਣੀ ਪ੍ਰਚਾਰ ਨੂੰ ਘਰ ਘਰ ਤੱਕ ਲਿਜਾਈਏ, ਇਲੈਕਟ੍ਰੋਨਿਕ ਮੀਡੀਆ ਨੂੰ ਵਰਤੀਏ, ਬੱਚਿਆਂ ਨੂੰ ਜੋੜੀਏ, ਬੱਚਿਆਂ ਦਾ ਟੈਲੈਂਟ ਉਭਾਰੀਏ। ਉਹਦੇ ਲਈ ਤੁਸੀਂ ਸਹਿਯੋਗੀ ਬਣੋ। ਕੀ ਸਹਿਯੋਗ ਦੇ ਸਕਦੇ ਹੋ, ਖੁਦ ਸਾਡੇ ਨਾਲ ਸੰਪਰਕ ਕਰੋ। ਖੁਦ ਆਪ ਅੱਗੇ ਆਓ, ਗੁਰੂ ਪਾਤਸ਼ਾਹ ਦੀ ਗਲਵਕੜੀ ਦੇ ਪਾਤਰ ਬਣੀਏ। ਕੱਲ ਨੂੰ ਫਿਰ 459 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।